ਖਾਲਸਾ ਜੀ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਪਹਿਲਾ ਤੇ ਵੱਡਾ ਯੁੱਧ ਹੈਗਾ। ਇਦੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਮੋਟੀਆਂ ਜਿਹੜੀਆਂ ਭਿੜਤਾਂ ਹੁੰਦੀਆਂ ਰਹਿੰਦੀਆਂ ਸੀ, ਲੇਕਿਨ ਸਭ ਤੋਂ ਵੱਡਾ ਜਿਹੜਾ ਯੁੱਧ ਹੋਇਆ ਉਹ ਭੰਗਾਣੀ ਦਾ ਯੁੱਧ ਹੋਇਆ। ਭੰਗਾਣੀ ਦੇ ਯੁੱਧ ਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਪੂਰੀ ਡਿਟੇਲ ਨਹੀਂ ਸੰਖੇਪ ਦੇ ਵਿੱਚ ਸੁਣਾਉਣਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੋਂ ਲੈ ਕੇ ਹੀ ਜਿਹੜੇ ਇਹ ਪਹਾੜੀ ਰਾਜੇ ਸੀ ਜਾਂ ਆਪਾਂ ਕਹਿ ਲਓ ਰਾਜਪੂਤ ਹਿੰਦੂ ਰਾਜੇ ਸੀਗੇ, ਜਿਹੜੇ ਉਹਨਾਂ 'ਤੇ ਬਹੁਤ ਜ਼ਿਆਦਾ ਆਪਣੇ ਸਿੱਖਾਂ 'ਤੇ ਲੱਗਦੇ ਸੀ। ਉਹਨਾਂ ਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਸੀ ਕਿ ਸਿੱਖ ਧਰਮ ਦੀ ਜਿਹੜੀ ਇੰਨੀ ਕਿਉਂ ਚੜ੍ਹਾਈ ਹੋ ਰਹੀ ਆ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ 9ਵੇਂ ਗੁਰੂ ਸਾਹਿਬ ਤੱਕ ਸਿੱਖਾਂ ਦਾ ਬਹੁਤ ਵਿਸਥਾਰ ਹੋ ਚੁੱਕਿਆ ਸੀਗਾ। ਉਸ ਟਾਈਮ ਤੱਕ ਕਰੋੜਾਂ ਦੇ ਵਿੱਚ ਲੋਕ ਜਿਹੜੇ ਗੁਰੂਆਂ ਦੇ ਆਪਣੇ ਲੜ ਲੱਗ ਚੁੱਕੇ ਸੀਗੇ। ਅਤੇ ਉਸ ਗੱਲ ਦੀ 10ਵੇਂ ਪਾਤਸ਼ਾਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਇਹ ਇਲਮ ਸੀਗਾ ਕਿ ਇਹ ਜਿਹੜੇ ਲੋਕ ਨੇ ਜ਼ਿਆਦਤੀਆਂ ਕਰਦੇ ਨੇ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿਹੜੀ ਫੌਜ ਕਹਿ ਲਓ ਆਪਣਾ ਉਹ ਤਿਆਰੀ ਕਰਨੀ ਆਰੰਭ ਕਰ ਦਿੱਤੀ। ਨਗਾਰੇ ਜੜ ਕੇ ਨਗਾਰਿਆਂ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਜਿਹੜੇ ਸਿੰਘ ਸ਼ਾਸਤਰ ਘੋੜਿਆਂ 'ਤੇ ਸ਼ਾਸਤਰਧਾਰੀ ਸਿੰਘ ਤਿਆਰ ਕਰਨੇ ਸ਼ੁਰੂ ਕਰਤੇ ਅਤੇ ਉਦੋਂ ਤੋਂ ਹੀ ਉਹਨਾਂ ਨੇ ਆਪਣੀ ਤਿਆਰੀ ਆ ਜਿਹੜੀ ਆਰੰਭ ਕਰ ਦਿੱਤੀ ਸੀ। ਉੱਧਰ ਪੂਰਬੀ ਬੰਗਾਲ ਦਾ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦਾ ਹੈ ਅਨੰਦਪੁਰ ਸਾਹਿਬ, ਅਤੇ ਗੁਰੂ ਸਾਹਿਬ ਨੂੰ ਬਹੁਤ ਹੀ ਕੀਮਤੀ ਤੋਹਫੇ ਜਿਹਦੇ 'ਚ ਪ੍ਰਸਾਦੀ ਹਾਥੀ, ਪੰਚਕਲਾਂ, ਸ਼ਾਸਤਰ, ਘੋੜੇ ਅਤੇ ਸਮਿਆਣਾ, ਇਹ ਚੀਜ਼ਾਂ ਬਹੁਤ ਹੀ ਬੇਸ਼ਕੀਮਤੀ ਸੀਗੀਆਂ ਜਿਹੜੀਆਂ ਉਹ ਗੁਰੂ ਸਾਹਿਬ ਨੂੰ ਭੇਟਾ ਕਰਕੇ ਜਾਂਦਾ ਹੈਗਾ। ਅਤੇ ਇਹ ਚੀਜ਼ ਦਾ ਜਿਹੜਾ ਭੀਮ ਚੰਦ ਰਾਜਾ ਸੀਗਾ, ਉਹਦੀ ਜਿਹੜੀ ਰਿਆਸਤ ਤੀ ਕਹਿਲੂਰ, ਉਹਦੇ ਵਿੱਚ ਅਨੰਦਪੁਰ ਸਾਹਿਬ ਪੈਂਦਾ ਸੀਗਾ। ਅਤੇ ਰਾਜਾ ਭੀਮ ਇਹ ਸਮਝਦਾ ਸੀ ਕਿ ਮੇਰਾ ਇਹ ਰਿਆਸਤੀ ਹੱਕ ਹੈ ਕਿ ਮੇਰੇ ਜਿਹੜੇ ਰਾਜ ਦੇ ਵਿੱਚ ਕੋਈ ਹੋਰ ਤੋਹਫੇ ਕਿਉਂ ਰੱਖੇ। ਅਤੇ ਉਹਨੇ ਆਪਣਾ ਇੱਕ ਏਲਚੀ ਭੇਜਿਆ ਕਿ ਗੁਰੂ ਸਾਹਿਬ ਨੂੰ ਕਹੋ ਕਿ ਮੇਰੇ ਬੇਟੇ ਦਾ ਵਿਆਹ ਆ ਗਿਆ ਅਤੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਮੈਨੂੰ ਕੁਝ ਸਮੇਂ ਲਈ ਮੰਗਵੇਂ ਤੋਹਫੇ ਨੇ ਜਿਹੜੇ ਇਹ ਪ੍ਰਸਾਦੀ ਹਾਥੀ ਅਤੇ ਦੂਸਰੇ ਤੋਹਫੇ ਦੇ ਦੇਣ ਅਤੇ ਮੈਂ ਥੋੜ੍ਹੇ ਸਮੇਂ ਬਾਅਦ 'ਚ ਵਾਪਸ ਕਰ ਦੇਵਾਂਗਾ। ਲੇਕਿਨ ਉਹਦੇ ਮਨ ਦੇ ਵਿੱਚ ਬੇਈਮਾਨੀ ਸੀ ਕਿ ਮੈਂ ਇੱਕ ਵਾਰੀ ਲੈ ਲਵਾਂਗਾ ਫਿਰ ਮੈਨੂੰ ਗੁਰੂ ਸਾਹਿਬ ਕਿਵੇਂ ਵਾਪਸ ਲੈ ਲੈਣਗੇ। ਪਰ ਗੁਰੂ ਸਾਹਿਬ ਜਾਣੀ ਜਾਣ ਸੀ, ਉਹਨਾਂ ਨੂੰ ਪਤਾ ਸੀ ਰਾਜੇ ਭੀਮ ਦੀ ਚਲਾਕੀ ਦਾ। ਤਾਂ ਗੁਰੂ ਸਾਹਿਬ ਨੇ ਬੜੀ ਸਤਿਕਾਰ ਸਹਿਤ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਇਹ ਗੁਰੂ ਨੂੰ ਇੱਕ ਉਹਨਾਂ ਦੇ ਸਿੱਖਾਂ ਨੇ ਸ਼ਰਧਾ ਦੇ ਨਾਲ ਤੋਹਫੇ ਭੇਟ ਕੀਤੇ ਹੋਏ ਨੇ, ਇਹ ਅੱਗੇ ਨਹੀਂ ਦਿੱਤੇ ਜਾਂਦੇ। ਸੋ ਇਸ ਗੱਲ ਦਾ ਭੀਮ ਚੰਦ ਨੂੰ ਸੜ ਵਲ ਕੇ ਰਹਿ ਗਿਆ ਭੀਮ ਚੰਦ, ਅਤੇ ਉਹਨੇ ਫਿਰ ਇਹ ਸ਼ੁਰੂ ਕਰਤਾ ਕਿ ਆਪਾਂ ਕਿਵੇਂ ਗੁਰੂ ਸਾਹਿਬ ਤੋਂ ਇਹ ਤੋਹਫੇ ਨੇ ਜਿਹੜੇ ਇਹਨਾਂ ਨੂੰ ਪ੍ਰਾਪਤ ਕਰਨਾਗਾ। ਉੱਧਰ ਆਪਣਾ ਗੁਰੂ ਸਾਹਿਬ ਪਹਾੜਾਂ ਦੇ ਵਿੱਚ ਪ੍ਰਚਾਰ ਕਰਨ ਲਈ ਗਏ ਹੋਏ ਸੀਗੇ, ਅਤੇ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਸੀਗਾ। ਉਹਨੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਕਿ ਗੁਰੂ ਸਾਹਿਬ ਆਪ ਮੇਰੀ ਰਿਆਸਤ ਦੇ ਵਿੱਚ ਕੁਝ ਸਮੇਂ ਲਈ ਰੁਕੋ। ਅਤੇ ਉਹ ਚਾਹੁੰਦਾ ਸੀ ਫਤਿਹ ਸ਼ਾਹ ਇੱਕ ਰਾਜਾ ਜਿਹੜਾ ਉਹਦਾ ਗੁਆਂਢੀ ਰਾਜਾ ਸੀਗਾ, ਉਹਨੇ ਉਹਦੇ ਬਹੁਤ ਇਲਾਕੇ 'ਤੇ ਕਬਜ਼ਾ ਕਰ ਰੱਖਿਆ ਸੀ। ਉਹ ਚਾਹੁੰਦਾ ਸੀ ਕਿ ਅਗਰ ਗੁਰੂ ਸਾਹਿਬ ਮੇਰੇ ਕੋਲ ਰਹਿਣ ਤਾਂ ਮੈਂ ਉਹ ਇਲਾਕਾ ਛਡਵਾ ਸਕਦਾਂਗਾ। ਤਾਂ ਗੁਰੂ ਸਾਹਿਬ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਆਪਣਾ ਉੱਥੇ ਰਹਿਣ ਦਾ ਫੈਸਲਾ ਕੀਤਾ ਅਤੇ ਯਮੁਨਾ ਦੇ ਕਿਨਾਰੇ ਬਹੁਤ ਹੀ ਰਮਣੀਕ ਜਗ੍ਹਾ ਚੁਣੀ ਗੁਰੂ ਸਾਹਿਬ ਨੇ, ਅਤੇ ਉੱਥੇ ਪਾਉਂਟਾ ਸਾਹਿਬ ਦਾ ਮਤਲਬ ਹੈ ਪੈਰ ਧਰਨ ਦੀ ਜਗ੍ਹਾ, ਅਤੇ ਉੱਥੇ ਗੁਰੂ ਸਾਹਿਬ ਨੇ ਆਪਣਾ ਕਿਲ੍ਹਾ ਬਣਾਇਆ ਅਤੇ ਉੱਥੇ ਰਹਿਣਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ। ਅਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਉੱਥੇ ਰਾਜਾ ਮੇਦਨੀ ਅਤੇ ਫਤਿਹ ਸ਼ਾਹ ਦਾ ਜਿਹੜਾ ਫੈਸਲਾ ਕਰਵਾਇਆ, ਅਤੇ ਫਤਿਹ ਸ਼ਾਹ ਤੋਂ ਜਿਹੜੇ ਉਹਦੇ ਇਲਾਕੇ ਸੀ ਉਹ ਵਾਪਸ ਕਰਵਾ ਦਿੱਤੇ। ਅਤੇ ਉੱਧਰ ਜਿਹੜਾ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਦੇ ਉੱਪਰ ਗੁਰੂ ਸਾਹਿਬ ਕੋਲੇ ਔਰੰਗਜ਼ੇਬ ਦੀ ਫੌਜ 'ਚੋਂ ਕੱਢੇ ਹੋਏ ਨਾ ਕੁਝ ਸੀਗੇ ਆਪਣਾ ਸਰਦਾਰ ਪਠਾਨ ਸੀਗੇ, 500 ਪਠਾਨ, ਅਤੇ ਉਹਨਾਂ ਨੂੰ ਕੋਈ ਹੋਰ ਰਾਜਾ ਤਾਂ ਰੱਖਦਾ ਨਹੀਂ ਸੀਗਾ। ਲੇਕਿਨ ਉਹਨਾਂ ਨੂੰ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਲੈ ਕੇ ਉਹ ਆਏ ਕਿ ਸਾਨੂੰ ਆਪਣੀ ਫੌਜ 'ਚ ਗੁਰੂ ਸਾਹਿਬ ਭਰਤੀ ਕਰ ਲੈਣ, ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਭਰਤੀ ਕਰ ਲਿਆ। ਨਿਆਬਤ ਖਾਂ ਅਤੇ ਕਾਲੇ ਖਾਂ ਦੇ ਸਰਦਾਰ ਸੀਗੇ ਉਹਨਾਂ ਦੇ, ਅਤੇ 500 ਉਦਾਸੀ ਸਾਧੂ ਵੀ ਉੱਥੇ ਗੁਰੂ ਸਾਹਿਬ ਦੇ ਨਾਲ ਆ ਕੇ ਉਹਨਾਂ ਨੇ ਵੀ ਰਹਿਣਾ ਸ਼ੁਰੂ ਕੀਤਾ ਅਤੇ ਉਹਨਾਂ 'ਚ ਭਰਤੀ ਹੋ ਗਏ। ਅਤੇ ਉੱਧਰ ਜਿਹੜਾ ਭੀਮ ਚੰਦ ਸੀਗਾ ਉਹਦੇ ਪੁੱਤਰ ਅਜਮੇਰ ਚੰਦ ਦੀ ਫਤਿਹ ਚੰਦ ਦੀ ਲੜਕੀ ਦੇ ਫਤਿਹ ਸ਼ਾਹ ਦੀ
लड़की दे नाल शादी सी ते पहाड़ी राजे सारे इकट्ठे होए सीगे। ते भीम चंद ने सोचा कि हुण क्योंकि ना पहाड़ी राजे इकट्ठे होए ने सारे ते सारिਆਂ ਦੀਆਂ फौजां नाल ने, आपां जांदे जांदे गुरु साहब ते हमला करके, उहनूं पता सी पौंटा साहब गुरु साहब रुके हुए ने, आपां गुरु साहब ते हमला करके गुरु साहब तो नूं नाले तां तोहफे खोलांगे ते नाले गुरु साहब तो उत्थे आपां बदला लवांगे। ते लेकिन उन्हें उधरों फतेह शाह ने गुरु साहब नूं भी सुनेहा भेजिया होया सी विआह दा। ते विआह ते गुरु साहब ने आप तां नहीं गए है, गुरु साहब ने अपने दीवान चंद मामा जी ते दयाल चंद नूं कुछ तोहफे दे के विआह दे विच भेज दिता। ते उधरों भीम चंद ने धमकी दे के तोहफे वापस करवा दिते कि जे तोहफे तुसीं प्रवान कीते ते मैं तुहाडी धी दा डोला नहीं लैके जावांगा। ते उन्हें मजबूरन वापस कर दिते तोहफे सारे। ते उस तो बाद भरावो उन्हें हुण सोचा कि वापसी दे उपर मैं फौज नाल हमला करके सारियां फौजां नाल गुरु साहब नूं ते उन्हां दे जिहड़े उत्थे सिख ने उन्हां नूं मार मुका देवांगे जां भजा देवांगे। ते उधरों गुरु साहब नूं आके जिहड़े तोहफे लैके सिख गए सीगे उन्हां ने आके उन्हां दी तैयारी बारे दस दिता कि गुरु साहब वो बहुत वड्डी तैयारी करी बैठे ने ते वापसी ते अपने ते वो हमला जरूर करनगे। तां गुरु साहब ने पौंटा साहब तो 7 मील की दूरी ते भंगाणी का मैदान सीगा, फिर वो चुनिया युद्ध लई। गुरु साहब भंगाणी के मैदान दे विच आ गए ते आके भंगाणी के मैदान दे विच फिर गुरु साहब ने एक मैदान सीगा ते उहदे नाल ही एक पहाड़ी सी ते उत्थे अपनी जिहड़ी ब्योंत बनाउणी शुरू करती। मामा किरपाल चंद ते उन्हां दे 2 भूआ दे पुत्तर सी संगो शाह ते जीत मल, ते इन्हां ने फिर अपनी जंग की जिहड़ी पूरी तैयारी आ उत्थे कर लई। ते उधरों पहाड़ी राजे वापसी दे उपर जदों वो आउंदे ने ते उन्हां ने सब तो पहला काम की कीता, उन्हां ने जिहड़े पठान सीगे उन्हां नूं पठानां नूं लालच दे के आपदा एलची भेजिया कि जां तां गुरु दा साथ छड्ड के भाजो ते नहीं फिर तुहानूं मार मुका देवांगे, अगर तुसीं छड्ड जाओगे साथ तां तुहानूं आ लालच दे दिंदे आ। वो लालच दे विच आके वो दौड़ गए जी, 400 पठान भज गए, 100 पठान रह गया। ते जिहड़े वो अपने दूजे साधु सीगे उदासी साधु वो भी दौड़ गए जी, उन्हां दा भी कल्ला एक जिहड़ा आगू सी गुरु सीगा ओहो ही अपने गुरु साहब कोले रह गया। ते इस तरह इधर गुरु साहब दीयां फौजां डटियां होईयां सी मैदान दे विच। ते जदों इस चीज़ का पीर बुद्धू शाह नूं पता लग्या कि जिहड़े मैं पठान गुरु साहब दे कोले छड्ड के आया सीगा वो गुरु साहब दा मौके ते साथ छड्ड के भज गए, तां पीर बुद्धू शाह ने फटाफट अपने 4 पुत्तर 2 भरा ते 700 मरीद लैके वो गुरु साहब दे नाल मैदान दे विच डट गया आके। ते कुछ जिहड़े आले दाले तो गुरु साहब दे सिख बन गए सी क्योंकि उत्थे प्रचार चलदा सीगा ते वो भी मैदान दे विच आ गए। ते डटमा फिर उत्थे युद्ध है जिहड़ा 15 अप्रैल 1687 दिन शुक्रवार नूं भंगाणी दे मैदान दे विच डटमा युद्ध होया। दोने धिरां तो पूरे तीरां दीयां विछाड़ां ਚੱਲਣ ਲੱਗੀਆਂ, नेजे किरपाना पूरा युद्ध होया भयानक, जिस दे विच भरावो अपना जिहड़ा संगो शाह सीगा, संगो शाह शहीद हो गया। जदों संगो शाह शहीद हो गया तो फिर गुरु गोबिंद सिंह सच्चे पातशाह अपना तीर कमान लैके गुरु साहब आप युद्ध दे विच आ डटदे ने ते उन्होंने फिर ऐसी तीरां दी वारस कीती, इन्ना जबरदस्त हमला किया ते नाल गुरु साहब नूं वार करदा देख के जिहड़े योधे सिख पूरी जोश दे नाल लड़ रहे सीगे वो दूने चौने जोश दे नाल उन्हां ने जिहड़ा पहाड़ी राजियां ते हल्ला बोल दिता। और वो हल्ला भरावो ऐसा बोलिया क्योंकि गुरु एक ऐसी शक्ति है, जदों गुरु तुहाडे सामने तुहाडे आगू बन के खड़े होण तां पिछे उन्हां दे सिखां दा जिहड़ा हौसला वो तां फिर गुरु ही जाने। ते उन्हां ने फिर ऐसा हल्ला बोलिया तां उहदे चों जिहड़े पहाड़ी राजे बुजदिल दौड़ निकले
ਤੇ ਸਿੱਖਾਂ ਨੇ ਫਿਰ ਉਹਨਾਂ ਦਾ ਜਮਨਾ ਪਾਰ ਕਰਾ ਕੇ ਹੀ ਸਾਹ ਲਿਆ। ਤੁਸ ਭਰਾਵੋ, ਇਸ ਯੁੱਧ ਦੇ ਵਿੱਚ ਜਿੱਤ ਗੁਰੂ ਸਾਹਿਬ ਦੀ ਜਿੱਤ ਹੋਈ ਔਰ ਬਹੁਤ ਜ਼ਬਰਦਸਤ ਜਿੱਤ ਹੋਈ। ਪਹਿਲਾ ਯੁੱਧ ਸੀ, ਉਸ ਟਾਈਮ ਗੁਰੂ ਸਾਹਿਬ ਪੂਰੇ ਨੌਜਵਾਨ ਸਨ ਤੇ ਗੁਰੂ ਸਾਹਿਬ ਨੇ ਇਸ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਇਹਦੇ 'ਚ ਪੀਰ ਬੁੱਧੂ ਸ਼ਾਹ ਦੇ 2 ਪੁੱਤਰ, ਇੱਕ ਸੈयद ਅਸ਼ਰਫ, ਇੱਕ ਸੈयद ਮੁਹੰਮਦ ਸ਼ਾਹ ਤੇ ਭੂਰੇ ਸ਼ਾਹ ਸ਼ਹੀਦ ਹੋ ਗਏ। ਸੰਗੋ ਸ਼ਾਹ ਸ਼ਹੀਦ ਹੋ ਗਿਆ ਤੇ ਗੁਰੂ ਸਾਹਿਬ ਜੀ ਦੇ 2 ਭੂਆ ਦੇ ਪੁੱਤਰ ਸੀ, ਇੱਕ ਸੰਗੋ ਸ਼ਾਹ ਤੇ ਇੱਕ ਜੀਤ ਮੱਲ, ਤੇ ਹੋਰ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ ਇਸ ਦੇ ਵਿੱਚ। ਤੇ ਉਧਰ ਜਿਹੜੇ ਪਠਾਨ ਜਾ ਕੇ ਉਹਨਾਂ ਦੇ ਨਾਲ ਰਲ ਗਏ ਸੀਗੇ, ਉਹਨਾਂ 'ਚ ਨਿਆਬਤ ਖਾਂ, ਹਯਾਤ ਖਾਂ ਤੇ 4 ਪਹਾੜੀ ਰਾਜੇ ਮਾਰੇ ਗਏ, ਜਿਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂ ਤੇ ਰਾਜਪੂਤ ਸਿਪਾਹੀ ਤੇ ਪਠਾਨ ਵੀ ਮਾਰੇ ਗਏ। ਇਹ ਯੁੱਧ ਜਿੱਤਣ ਦੀ ਖੁਸ਼ੀ ਦੇ ਵਿੱਚ ਸਿੱਖਾਂ ਨੇ ਦੀਵੇ ਜਲਾਏ ਆ ਕੇ ਪਾਉਂਟਾ ਸਾਹਿਬ ਤੇ ਬਹੁਤ ਹੀ ਖੁਸ਼ੀ ਮਨਾਈ। ਸੋ